हाँ जी दोस्तों, वेलकम बैक टू सिंह ब्लॉग्स अगेन। किवें हो सारे दोस्तों। ਅੱਜ यानी कि 26 फरवरी ਨੂੰ दिन ਐਤਵਾਰ ਕੁਲ ਮਾਲਿਕ ਬਾਬਾ ਜੀ ਨੇ ਡੇਰਾ ਬਿਆਸ ਵਿੱਚ ਪ੍ਰੋਗਰਾਮ ਕੀਤਾ। ਬਾਬਾ ਜੀ 9:55 ਤੇ ਸਟੇਜ ਤੇ ਆ ਗਏ ਸੀ ਤੇ ਉਸ ਟਾਈਮ ਸੁਨੀਲ ਪਾਠੀ ਜੀ ਸ਼ਬਦ ਪੜ੍ਹ ਰਹੇ ਸੀ, ਸੁਰਤ ਮੇਰੀ ਧੋਏ ਡਾਲੋ, ਜੋ ਕਿ स्वामी जी महाराज जी ਦਾ ਸ਼ਬਦ ਹੈ। ਉਸ ਤੋਂ ਬਾਅਦ ਬਾਬਾ ਜੀ ਨੇ 1 ਘੰਟਾ 15 ਮਿੰਟ ਦਾ ਸਤਸੰਗ ਫਰਮਾਇਆ ਤੇ ਅੱਜ ਦੀ ਬਾਣੀ ਸੀ ਕਾफ़ी ਦੋਸਤਾਂ ਦੀ ਜੋ ਫੇਵਰੇਟ ਬਾਣੀ ਹੈ, धुन सुनकर मन समझाई, स्वामी जी महाराज। और दोस्तों सत्संग के दौरान अज एक बीबी अपने इमोशनस से काबू नहीं रख पाई। वो बीबी खड़े होकर उच्ची उच्ची बोलन लग पई तो उन्होंने हत्थ भी खड़े कर लिए अपने, तो कुछ सेवादारनियां ने उन्होंने संभालिया। तो हुण आपां गल करांगे बाबा जी के कहे हुए कुछ वचन जो अज सत्संग विच उन्होंने फरमाए। जोगी जुगत कमावे अपनी। ਇਹ ਹਜ਼ੂਰ स्वामी जी महाराज जी की बाणी है। आप सानू समझा रहे हैं कि जदों आपां रूहानीयत का रस्ता अपनाउने हाँ, सानू किहड़ियां चीज़ां की दिक्कत आती है और आपां इस मन नू काबू करके उस मालिक की सच्ची भगती विच किवें लगना है। हुण है तां सारी लड़ाई मन दी, क्योंकि इंसान जो कुछ भी करता है मन के जरिए करता है। हजूर फरमाया करते सन कि जे मन थोड़े काबू विच है तां इस तो वड्डा दोस्त नहीं हो सकता, मगर जे मन बेकाबू है ਤਾਂ ਇਸ ਤੋਂ ਵੱਡਾ ਦੁਸ਼ਮਣ ਵੀ ਕੋਈ ਨਹੀਂ ਹੋ ਸਕਦਾ। ਸੋ ਮਨ ਨੂੰ ਕਿਵੇਂ ਕਾਬੂ ਕਰਨਾ ਹੈ, ਮਨ ਦੀ ਅਵਸਥਾ ਸਮਝਾਉਂਦੇ ਹੋਏ ਆਪਨੇ ਫਰਮਾਇਆ ਸੀ, ਇਹ ਮਨ ਮੈਲਾ ਅੰਧਾ ਹੈ ਕਿਸ ਆਖ ਸੁਣਾਵਾਂ, ਕਿ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ, ਕਿੰਨੇ ਕਰਮਾਂ ਦਾ ਬੋਝ ਇਹਦੇ ਉੱਤੇ ਪਿਆ ਹੋਇਆ ਹੈ। ਇਸ ਕਰਕੇ ਇਹ ਆਪਣੇ ਅਸਲ ਦੀ ਪਹਿਚਾਨ ਭੁੱਲ ਗਿਆ ਹੈ। ਔਰ ਇਸ ਵਕਤ ਇਹਦੀ ਕੀ ਅਵਸਥਾ ਹੈ, ਮਨ ਖਿਨ ਖਿਨ ਭਰਮ ਭਰਮ ਬਹੁ ਧਾਵੇ, ਹਿਲਗਰ ਨਾਹੀ ਵਾਸਾ ਪਾਵੇ। ਇਹ ਭੌਰੇ ਦੀ ਤਰ੍ਹਾਂ ਇੱਕ ਫੁੱਲ ਤੋਂ ਦੂਜੇ ਫੁੱਲ, ਦੂਜੇ ਫੁੱਲ ਤੋਂ ਤੀਜੇ ਫੁੱਲ, ਅਦੇ ਵੀ ਇੱਕ ਜਗ੍ਹਾ ਨਹੀਂ ਟਿਕਦਾ। ਇੱਕ ਇੱਛਾ ਤੁਸੀਂ ਪੂਰੀ ਕਰ ਲਓ, ਇਹ ਅੱਗੇ 10 ਹੋਰ ਸਾਹਮਣੇ ਰੱਖ ਦਿੰਦਾ ਹੈ ਔਰ ਸਾਰੀ ਉਮਰ ਗੁਜ਼ਰ ਜਾਂਦੀ ਹੈ ਇਹ ਇੱਛਾ, ਇਹ ਡਿਜ਼ਾਇਰਸ ਪੂਰੇ ਕਰਦੇ ਕਰਦੇ, ਮਗਰ ਇਹਨੂੰ ਤ੍ਰਿਪਤ ਨਹੀਂ ਆਉਂਦੀ। ਸੋ ਸਵਾਲ ਇਹ ਉੱਠਦਾ ਹੈ ਕਿ ਇਸ ਮਨ ਨੂੰ ਆਪਾਂ ਕਿਵੇਂ ਕਾਬੂ ਕਰਨਾ ਹੈ। ਹੁਣ ਦੇਖੋ, ਪੁਰਾਣੇ ਜ਼ਮਾਨਿਆਂ ਵਿੱਚ ਰਿਸ਼ੀਵਰ ਮੁਨੀਵਰ ਆਏ ਸਾਡੇ ਦਰਮਿਆਨ, ਉਹਨਾਂ ਨੇ ਇਹ ਸੋਚ ਅੱਗੇ ਰੱਖੀ ਕਿ ਮਨ ਇਹਨਾਂ ਚੀਜ਼ਾਂ ਨੂੰ ਜਦੋਂ ਦੇਖਦਾ ਹੈ ਇਹਦੇ ਅੰਦਰ ਇੱਕ ਚਾਹਤ ਪੈਦਾ ਹੁੰਦੀ ਹੈ, ਤਾਂ ਹੀ ਤਾਂ ਇੰਨਾ ਪਿੱਛੇ ਭੱਜਦਾ ਹੈ। ਸੋ ਇਸ ਕਰਕੇ ਆਪ ਜੰਗਲਾਂ ਪਹਾੜਾਂ ਵਿੱਚ ਚਲੇ ਗਏ। ਆਪ ਦੀ ਇਹ ਸੋਚ ਸੀ ਕਿ ਜਦੋਂ ਆਪਾਂ ਮਨ ਨੂੰ ਇਹਨਾਂ ਸਭ ਚੀਜ਼ਾਂ ਤੋਂ ਦੂਰ ਕਰ ਦੇਵਾਂਗੇ, ਮਨ ਬਾਰ-ਬਾਰ ਇਹਨਾਂ ਨੂੰ ਦੇਖੂਗਾ ਨਹੀਂ, ਤਾਂ ਸ਼ਾਇਦ ਉਹਨਾਂ ਚੀਜ਼ਾਂ ਦੀ ਚਾਹਤ ਵੀ ਨਾ ਇਹਦੇ ਵਿੱਚ ਉਭਰੇ, ਮਗਰ ਕੀ ਉਹ ਮਨ ਨੂੰ ਕਾਬੂ ਕਰ ਸਕੇ। ਆਪਾਂ ਜਦੋਂ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਪੜ੍ਹਦੇ ਹਾਂ, ਇਹ ਠੀਕ ਹੈ ਕਿ ਉਹਨਾਂ ਨੇ ਭਗਤੀ ਕੀਤੀ, ਉਹ ਭਗਤੀ ਨਾਲ ਰਿੱਧੀਆਂ ਸਿੱਧੀਆਂ ਹਾਸਲ ਜ਼ਰੂਰ ਹੋ ਗਈਆਂ, ਮਗਰ ਕੀ ਮਨ ਕਾਬੂ ਵਿੱਚ ਆਇਆ। ਇੱਕ ਬਹੁਤ ਵੱਡੇ ਰਿਸ਼ੀ ਦੀ ਕਹਾਣੀ ਸੁਣਦੇ ਹਾਂ ਕਿ ਜਦੋਂ ਉਹ ਸਾਰਾ ਆਪਣਾ ਜਪ ਤਪ ਕਰਕੇ ਵਾਪਸ ਆ ਰਿਹਾ ਸੀ, ਦਰਿਆ ਨੂੰ ਪਾਰ ਕਰਨਾ ਸੀ, ਹੋਰ ਕੋਈ ਤਰੀਕਾ ਨਹੀਂ ਸੀ। ਆਸ-ਪਾਸ ਦੇਖਦਾ ਹੈ ਇੱਕ ਮਛੇਰਾ ਬੈਠਾ ਆਪਣਾ ਭੋਜਨ ਕਰ ਰਿਹਾ ਸੀ। ਉਹਨੂੰ ਕਹਿੰਦਾ ਹੈ, ਭਾਈ ਮੈਨੂੰ ਦੂਜੇ ਪਾਰ ਲੈ ਜਾ। ਉਹ ਬੇਨਤੀ ਕਰਦਾ ਹੈ ਕਿ ਰਿਸ਼ੀਵਰ, ਮੈਂ ਰੋਟੀ ਖਾ ਕੇ ਤੁਹਾਨੂੰ ਲੈ ਜਾਊਂਗਾ। ਹੁਣ ਇੰਨੀ ਭਗਤੀ ਕੀਤੀ ਸੀ, ਮਨ ਵਿੱਚ ਅਹੰਕਾਰ ਸੀ ਔਰ ਗੁੱਸੇ ਦੇ ਨਾਲ ਸੋਚਿਆ ਕਿ ਮੈਂ ਇਹਦਾ ਇੰਤਜ਼ਾਰ ਕਰਾਂ। ਇੱਕ ਬਾਲ ਬੱਚੀ ਬੈਠੀ ਸੀ, ਉਹ ਦੇਖਦੀ ਹੈ ਕਿ ਰਿਸ਼ੀ ਨੂੰ ਗੁੱਸਾ ਆ ਗਿਆ, ਤਾਂ ਉਹ ਬੇਨਤੀ ਕਰਦੀ ਹੈ ਕਿ ਮੈਂ ਤੁਹਾਨੂੰ ਪਾਰ ਲੈ ਜਾਂਦੀ ਹਾਂ। ਜਦੋਂ ਕਿਸ਼ਤੀ ਵਿੱਚ ਬੈਠਦੇ ਹੈ, ਦਰਿਆ ਦੇ ਦਰਮਿਆਨ ਵਿੱਚ ਪਹੁੰਚਦੇ ਹੈ, ਉਹ ਰਿਸ਼ੀ ਤੋਂ ਰਿਹਾ ਨਹੀਂ ਜਾਂਦਾ। ਇੰਨੇ ਸਾਲ ਉਹਨੇ ਤਿਆਗ ਕੀਤਾ ਸੀ, ਉਹ ਛੋਟੀ ਬੱਚੀ ਨੂੰ ਦੇਖ ਕੇ ਉਹ ਤੋਂ ਰਿਹਾ ਨਹੀਂ ਗਿਆ। ਜਦੋਂ ਆਪਣੀ ਇੱਛਾ ਜ਼ਾਹਿਰ ਕਰਦਾ ਹੈ, ਬੱਚੀ ਕਹਿੰਦੀ ਹੈ ਕਿ ਰਿਸ਼ੀਵਰ, ਮੈਂ ਤਾਂ ਮਛੇਰੇ ਦੀ ਬੇਟੀ ਹਾਂ, ਮੇਰੇ ਬਦਨ ਤੋਂ ਮੱਛੀ ਦੀ ਬੂ ਆ ਰਹੀ ਹੈ। ਹੁਣ ਤਾਕਤਾਂ ਸੀਗੀਆਂ, ਉਹਦੀ ਸਾਰੀ ਬਦਬੂ ਪਾਸੇ ਕਰਤੀ। ਉਹ ਕਹਿੰਦੀ ਹੈ ਕਿ ਸੂਰਜ ਦੇਵਤਾ ਦੇਖ ਰਹੇ ਹਨ, ਇਹ ਗਵਾਹੀ ਦੇਣਗੇ। ਉਹ ਬੱਦਲ ਕਰਤੇ ਕਿ ਸੂਰਜ ਦੇਵਤਾ ਨਾ ਦੇਖ ਸਕੇ। ਫਿਰ ਉਹ ਕਹਿੰਦੀ ਹੈ ਕਿ ਪਾਣੀ ਦੇਵਤਾ ਦੇਖ ਰਿਹਾ ਹੈ, ਤਾਂ ਉਹ ਪਾਣੀ ਨੂੰ ਸੁਕਾਤਾ। ਕਹਿਣ ਦਾ ਮਤਲਬ ਹੈ ਕਿ ਇੰਨੀਆਂ ਤਾਕਤਾਂ ਰਿੱਧੀਆਂ ਸਿੱਧੀਆਂ ਜ਼ਰੂਰ ਹਾਸਿਲ ਕਰ ਲਈਆਂ, ਮਗਰ ਮਨ ਦੇ ਉੱਤੇ ਕਾਬੂ ਨਹੀਂ ਪਾ ਸਕਿਆ। ਮਨ ਨੇ ਤਾਂ ਜਦੋਂ ਆਪਣਾ ਨਾਚ ਨਚਾਇਆ ਤਾਂ ਕਿੱਥੋਂ ਤੱਕ ਗਿਰ ਗਏ, ਉਹ ਆਪਣੇ ਆਪ ਕਹਾਣੀ ਵਿੱਚ ਜ਼ਾਹਿਰ ਹੁੰਦਾ ਹੈ। ਫਿਰ ਨਵੀਆਂ ਫਿਲਾਸਫੀਸ ਆਈਆਂ, ਉਹ ਦੂਜੇ ਐਕਸਟ੍ਰੀਮਸ ਦੇ ਉੱਤੇ ਚਲੇ ਗਏ। ਉਹਨਾਂ ਨੇ ਇਹ ਸੋਚ ਅੱਗੇ ਰੱਖੀ ਕਿ ਮਨ ਇਹਨਾਂ ਚੀਜ਼ਾਂ ਨੂੰ ਚਾਹੁੰਦਾ ਹੈ ਤੇ ਆਪਾਂ ਜੇ ਮਨ ਨੂੰ ਦੇਣਾ ਸ਼ੁਰੂ ਕਰ ਦਈਏ ਤਾਂ ਕਿਤੇ ਨਾ ਕਿਤੇ ਇਹ ਭੋਗ ਭੋਗਦੇ ਹੋਏ ਮਨ ਥੱਕ ਜਾਊਗਾ, ਔਰ ਜਦੋਂ ਥੱਕ ਜਾਊਗਾ ਫਿਰ ਆਪਾਂ ਇਹਨੂੰ ਆਪਣੇ ਕਾਬੂ 'ਚ ਕਰ ਸਕਾਂਗੇ। ਉਹ ਭੋਗਾਂ ਵਿੱਚ ਲੱਗ ਗਏ, ਮਗਰ ਉਹ ਵੀ ਮਨ ਦੀ ਤਾਕਤ ਨੂੰ ਪਹਿਚਾਨ ਨਹੀਂ ਪਾਏ। ਮਨ ਤਾਂ ਇੱਕ ਅੰਧਾ ਕੂਆਂ ਹੈ, ਇਹਦੇ ਵਿੱਚ ਜਿੰਨਾ ਤੁਸੀਂ ਪਾਓਗੇ ਇਹਦੀ ਮੰਗਣ ਦੀ ਤਾਕਤ ਹੋਰ ਵਧੂਗੀ। ਸੋ ਇਸ ਕਰਕੇ ਉਹ ਵੀ ਮਨ ਨੂੰ ਕਾਬੂ ਨਹੀਂ ਕਰ ਪਾਏ। ਇਸ ਕਰਕੇ ਸਾਨੂੰ ਸਮਝਾਇਆ ਜਾਂਦਾ ਹੈ कि आपां दरम्यान का रस्ता अपनाना है। आपने फरमाया सी
ਨਾ ਸੁਖ ਵਿੱਚ ਗ੍ਰਹਿਸਥ ਦੇ, ਨਾ ਸੁਖ ਵਿੱਚ ਛੱਡ ਗਿਆ, ਸੁਖ ਹੈ ਵਿੱਚ ਵਿਚਾਰ ਦੇ, ਸੰਤਾਂ ਸ਼ਰਨ ਪਿਆ। ਕਿ ਜਿੰਨਾ ਚਿਰ ਅਸੀਂ ਆਪਣੀ ਵਿਚਾਰਧਾਰਾ ਨੂੰ ਸਹੀ ਨਹੀਂ ਕਰਾਂਗੇ, ਅਸੀਂ ਭਾਵੇਂ ਜੇ ਸੋਚੀਏ ਸਾਰਾ ਕੁਝ ਛੱਡ ਕੇ ਤਿਆਗੀ ਬਣ ਕੇ ਮਨ ਨੇ ਕਾਬੂ ਵਿੱਚ ਆ ਜਾਣਾ ਹੈ, ਇਹ ਸਾਡੀ ਗਲਤਫਹਿਮੀ ਹੈ। ਤੇ ਦੂਜੇ ਪਾਸੇ ਜੇ ਆਪਾਂ ਸੋਚੀਏ ਮਨ ਨੇ ਭੋਗੀ ਬਣ ਕੇ ਕਾਬੂ 'ਚ ਆ ਜਾਣਾ ਹੈ, ਤਾਂ ਇਹ ਵੀ ਸਾਡੀ ਗਲਤਫਹਿਮੀ ਹੈ। ਨਾ ਤਿਆਗ ਦੇ ਨਾਲ ਤੇ ਨਾ ਭੋਗਾਂ ਦੇ ਨਾਲ ਇਹਨੇ ਕਾਬੂ ਆਉਣਾ ਹੈ। ਇਸ ਕਰਕੇ ਜਿੰਨਾ ਚਿਰ ਆਪਾਂ ਥੋੜ੍ਹਾ ਜਿਹਾ ਤਰਕ ਲੈ ਕੇ ਉਹ ਸਹੀ ਰਸਤਾ ਨਹੀਂ ਅਪਣਾਵਾਂਗੇ, ਇਹਨੇ ਸਾਡੇ ਕਾਬੂ ਵਿੱਚ ਨਹੀਂ ਆਉਣਾ। ਫਿਰ ਆਪਾਂ ਮਨ ਨੂੰ ਕਿਵੇਂ ਕਾਬੂ ਕਰਨਾ ਹੈ? ਸੰਤਮਤ ਵਿੱਚ ਹੀ ਆ ਕੇ ਆਪਾਂ ਥੋੜ੍ਹਾ ਜਿਹਾ ਸਤਸੰਗ ਸੁਣਦੇ ਹਾਂ, ਥੋੜ੍ਹਾ ਬਹੁਤ ਸਿੱਖ ਲੈਂਦੇ ਹਾਂ ਔਰ ਅਸੀਂ ਰਸਤੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਰਸਤੇ ਉੱਤੇ ਚੱਲਣਾ ਹੈ। ਕੋਈ ਮਨ ਨਾਲ ਜ਼ਬਰਦਸਤੀ ਕਰਦਾ ਹੈ, ਕੋਈ ਮਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਮਗਰ ਉਹਦੇ ਵਿੱਚ ਵੀ ਸਾਨੂੰ ਸਫਲਤਾ ਨਹੀਂ ਮਿਲਦੀ, ਕਿਉਂਕਿ ਜੇ ਤੁਸੀਂ ਜ਼ਬਰਦਸਤੀ ਕਰੋਗੇ ਤਾਂ ਮਨ ਰਿਐਕਟ ਕਰਦਾ ਹੈ। ਇਸ ਕਰਕੇ ਜਿੰਨਾ ਚਿਰ ਭਗਤੀ ਦੀ ਸਹੀ ਯੁਕਤੀ, ਭਗਤੀ ਦਾ ਸਹੀ ਸਾਧਨ ਆਪਾਂ ਨਹੀਂ ਪਹਿਚਾਨਾਂਗੇ, ਤਾਂ ਅਸੀਂ ਫਿਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਵਿੱਚ ਆ ਕੇ ਆਪਾਂ ਦੁਬਾਰਾ ਫਸ ਜਾਵਾਂਗੇ। ਹੁਣ ਦੇਖੋ, ਘਰ ਵਿੱਚ ਬੱਚਾ ਹੈ, ਹੁਣ ਬੱਚੇ ਵਿੱਚ ਬਹੁਤ ਐਨਰਜੀ ਹੁੰਦੀ ਹੈ। ਹੁਣ ਹਰ ਵਕਤ ਮਾਂ ਕਹਿੰਦੀ ਰਵੇ ਬੇਟਾ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਹੁਣ ਬੱਚਾ ਫਿਰ ਅੱਕ ਕੇ ਕਹੂਗਾ ਕਿ ਮਾਂ ਮੈਨੂੰ ਦੱਸ ਫਿਰ ਕਰਨਾ ਕੀ ਹੈ। ਆਪਾਂ ਉਹਦੀ ਐਨਰਜੀ ਨੂੰ ਚੈਨਲਾਈਜ਼ ਕਰਨਾ ਹੈ। ਸੋ ਆਪਾਂ ਉਹਨੂੰ ਸਵੇਰੇ ਸਕੂਲ ਭੇਜ ਦਿੰਦੇ ਹਾਂ, ਆ ਕੇ ਥੋੜ੍ਹਾ ਜਿਹਾ ਖੇਲ ਖੇਲ ਲੈਂਦਾ ਹੈ, ਫਿਰ ਹੌਬੀ ਕੋਈ ਨਾ ਕੋਈ ਅਪਣਾ ਲੈਂਦਾ ਹੈ, ਫਿਰ ਹੋਮਵਰਕ ਕਰ ਲੈਂਦਾ ਹੈ ਔਰ ਸ਼ਾਮ ਨੂੰ ਜਦੋਂ ਜਾ ਕੇ ਬਿਸਤਰ 'ਤੇ ਪੈਂਦਾ ਹੈ ਤਾਂ 2 ਮਿੰਟ ਵਿੱਚ ਸੌਂ ਜਾਂਦਾ ਹੈ। ਸੋ ਤੁਸੀਂ ਉਹਦੀ ਐਨਰਜੀ ਚੈਨਲਾਈਜ਼ ਕਰਤੀ। ਉਸੇ ਤਰ੍ਹਾਂ ਅਸੀਂ ਵੀ ਇਸ ਮਨ ਨੂੰ ਚੈਨਲਾਈਜ਼ ਕਰਨਾ ਹੈ। ਜੇ ਅਸੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ, ਰਿਐਕਟ ਕਰੂਗਾ। ਇਸ ਕਰਕੇ ਹਜ਼ੂਰ ਫਰਮਾਇਆ ਕਰਦੇ ਸਨ ਕਿ ਕਿਸੇ ਦੇ ਹੱਥ 'ਚ ਚੰਦ ਰੁਪਏ ਹਨ, ਤੁਸੀਂ ਇਹਨੂੰ ਕਹੋ ਇਹ ਮੈਨੂੰ ਦੇ ਦੇ, ਉਹ ਕਹੂਗਾ ਕਿਉਂ ਦੇਵਾਂ। ਮਗਰ ਉਹਦੇ ਏਵਜ਼ ਵਿੱਚ ਤੁਸੀਂ ਹੀਰੇ ਜਵਾਹਰਾਤ ਅੱਗੇ ਰੱਖਦੇ ਹੋ, ਉਹਦੀ ਮੁੱਠੀ ਆਪਣੇ ਆਪ ਖੁੱਲ੍ਹ ਜਾਂਦੀ ਹੈ। ਉਹਦੀ ਮੁੱਠੀ ਕਿਉਂ ਖੁੱਲ੍ਹੀ? ਕਿਉਂਕਿ ਉਹਨੂੰ ਉਸ ਤੋਂ ਵੀ ਜ਼ਿਆਦਾ ਕੀਮਤੀ ਚੀਜ਼ ਮਿਲ ਗਈ। ਤਾਂ ਉਸੇ ਤਰ੍ਹਾਂ ਅਸੀਂ ਮਨ ਨੂੰ ਚੈਨਲਾਈਜ਼ ਕਰਨਾ ਹੈ, ਅਸੀਂ ਮਨ ਨੂੰ ਉਸ ਧੁਨ ਦੇ ਨਾਲ ਜੋੜਨਾ ਹੈ। ਜਿਵੇਂ ਜਿਵੇਂ ਧੁਨ ਦੇ ਨਾਲ ਜੁੜੂਗਾ, ਉਸ ਧੁਨ ਦਾ ਰਸ ਇਹਨੂੰ ਆਊਗਾ, ਤਾਂ ਇਹ ਦੁਨੀਆ ਦੇ ਰੰਗ ਤਮਾਸ਼ੇ ਫਿੱਕੇ ਪੈਣਗੇ। ਸਿਰਫ ਪਹਿਚਾਨਣ ਦੇ ਨਾਲ ਇਹ ਕਾਬੂ ਕਰਨਾ ਹੈ, ਜਾਣਨ ਦੇ ਨਾਲ ਇਹ ਕਾਬੂ ਕਰਨਾ ਹੈ ਔਰ ਦਬਾਅ ਦੇ ਨਾਲ ਇਹ ਨਹੀਂ ਆਉਣ ਲੱਗਿਆ। ਔਰ ਫਿਰ ਹਜ਼ੂਰ ਉਦਾਹਰਨ ਦੇ ਕੇ ਦੱਸਿਆ ਕਰਦੇ ਸਨ ਕਿ ਦੇਖੋ, ਘਰ ਵਿੱਚ ਬੱਚੀ ਹੈ, ਤੁਸੀਂ ਬੱਚੀ ਨੂੰ ਕਹੋ ਕਿ ਬੇਟਾ ਹੁਣ ਤੂੰ ਵੱਡੀ ਹੋ ਗਈ ਹੈ, ਤੂੰ ਦੂਸਰੇ ਘਰ ਜਾ ਕੇ ਆਪਣਾ ਘਰ ਬਸਾਉਣਾ ਹੈ, ਤਾਂ ਤੂੰ ਮਾਂ-ਬਾਪ ਨੂੰ ਭੁੱਲਣਾ ਸ਼ੁਰੂ ਕਰ ਦੇ, ਤਾਂ ਉਹ ਬੱਚੀ ਕਦੇ ਨਹੀਂ ਕਰ ਪਾਊਗੀ। ਮਗਰ ਜਦੋਂ ਉਹਦਾ ਵਿਆਹ ਹੋ ਜਾਂਦਾ ਹੈ, ਪਤੀ ਦੇ ਨਾਲ ਰਿਸ਼ਤਾ ਜੁੜ ਜਾਂਦਾ ਹੈ, ਉਹ ਮਾਂ-ਬਾਪ ਦਾ ਦਰਜਾ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਪਹਿਲਾਂ ਰਿਸ਼ਤਾ ਜੁੜਿਆ, ਫਿਰ ਦੂਸਰੇ ਰਿਸ਼ਤੇ ਪਿੱਛੇ ਹਟਣੇ ਸ਼ੁਰੂ ਹੋਏ। ਇਸ ਤਰ੍ਹਾਂ ਆਪਾਂ ਉਸ ਚੀਜ਼ ਉੱਤੇ ਧਿਆਨ ਦੇਣਾ ਹੈ, ਬੜਾ ਪੋਜ਼ਿਟਿਵਲੀ ਆਪਾਂ ਨੇ ਦੇਖਣਾ ਹੈ ਕਿ ਕੀ ਕਰਨਾ ਹੈ। ਜਦੋਂ ਉਹਨੂੰ ਕਰਾਂਗੇ, ਉਸ ਰਸਤੇ ਉੱਤੇ ਚੱਲਾਂਗੇ, ਅੰਦਰੋਂ ਉਹਦੀ ਮਿਠਾਸ ਆਊਗੀ, ਤਾਂ ਅਸੀਂ ਮਨ ਨੂੰ ਇਹਨਾਂ ਚੀਜ਼ਾਂ ਵੱਲੋਂ ਹਟਾ ਸਕਾਂਗੇ। ਮਨ ਤਾਂ ਇੰਦਰੀਆਂ ਦੇ ਭੋਗਾਂ ਵਿੱਚ ਲੱਗਿਆ ਹੋਇਆ ਹੈ। ਜੇ ਅਸੀਂ ਸੋਚੀਏ ਦਬਾਅ ਦੇ ਨਾਲ ਇਹ ਇਹਨਾਂ ਚੀਜ਼ਾਂ ਨੂੰ ਛੱਡ ਪਾਊਗਾ, ਤਾਂ ਨਹੀਂ ਛੱਡ ਪਾਊਗਾ। ਇਸ ਕਰਕੇ ਮਹਾਂਪੁਰਖਾਂ ਨੇ ਆ ਕੇ ਸਮਝਾਇਆ ਕਿ ਭਾਈ ਇਹ ਮਨ ਦੀ ਅਸਲ ਅਵਸਥਾ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਮਨ ਤਾਂ ਹੁੰਦਾ ਹੀ ਇਹੋ ਜਿਹਾ ਹੈ। ਤਾਂ ਆਪ ਨੇ ਆ ਕੇ ਕੀ ਬਿਆਨ ਕੀਤਾ? ਬਾਣੀ ਵਿੱਚ ਆਪ ਕਹਿੰਦੇ ਹਨ, ਮਨ ਰੇ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਇਸ ਵਕਤ ਤਾਂ ਅਸੀਂ ਉਸ ਮੈਲ ਨੂੰ ਦੇਖ ਕੇ, ਉਹ ਕਰਮਾਂ ਨੂੰ ਦੇਖ ਕੇ ਇਹਦੀ ਅਸਲੀਅਤ ਨੂੰ ਭੁੱਲ ਕੇ ਬੈਠ ਜਾਂਦੇ ਹਾਂ। ਸੋ ਸਾਨੂੰ ਸਮਝਾਉਂਦੇ ਹਨ ਕਿ ਇਹ ਇਹਦਾ ਅਸਲ ਨਹੀਂ ਹੈ। ਹੁਣ ਆਪਾਂ ਘਰ ਵਿੱਚ ਰੋਟੀ ਬਣਾਉਂਦੇ ਹਾਂ, ਤਾਂ ਜੇ ਬਰਤਨ ਨੂੰ ਸਾਫ਼ ਨਾ ਕਰੀਏ ਤਾਂ ਕੀ ਹੋਊਗਾ? ਹੌਲੀ ਹੌਲੀ ਉਸ ਦੇ ਉੱਤੇ ਮੈਲ ਜੰਮਣੀ ਸ਼ੁਰੂ ਹੋ ਜਾਊਗੀ। ਹੁਣ ਸਾਡੇ ਮਨ ਦੇ ਉੱਤੇ ਤਾਂ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਚੜੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ। ਇਸ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦੀ। ਔਰ ਉਸ ਮੈਲ ਨੂੰ ਦੇਖਦੇ ਹੋਏ ਆਪਾਂ ਆਪਣੇ ਅਸਲ ਨੂੰ ਭੁੱਲ ਕੇ ਬੈਠ ਗਏ ਹਾਂ। ਫਿਰ ਕੋਈ ਸਾਡੇ ਜਾਣ ਪਛਾਣ ਵਾਲਾ ਆਉਂਦਾ ਹੈ ਤੇ ਸਾਨੂੰ ਸਮਝਾਉਂਦਾ ਹੈ ਕਿ ਭਾਈ ਇਹ ਬਰਤਨ ਇੰਨਾ ਗੰਦਾ ਹੈ, ਇਹਨੂੰ ਸਾਫ਼ ਵੀ ਕਰ ਲਿਆ ਕਰ। ਆਪਾਂ ਬਰਤਨ ਨੂੰ ਸਾਫ਼ ਕਰਨਾ ਸ਼ੁਰੂ ਕਰਦੇ ਹਾਂ। ਇੱਕ ਤੈ ਮੈਲ ਦੀ ਹਟਦੀ ਹੈ ਤਾਂ ਦੂਜੀ ਹੋਰ ਦਿਖਾਈ ਦਿੰਦੀ ਹੈ, ਦੂਜੀ ਹਟਦੀ ਹੈ ਤਾਂ ਇੱਕ ਹੋਰ ਪਰਤ ਦਿਖਾਈ ਦਿੰਦੀ ਹੈ। ਹਿੰਮਤ ਛੱਡ ਕੇ ਬੈਠ ਜਾਵਾਂਗੇ ਤਾਂ ਬਰਤਨ ਗੰਦੇ ਦਾ ਗੰਦਾ ਹੀ ਰਹਿ ਜਾਣਾ ਹੈ। ਮਗਰ ਜੇ ਹਿੰਮਤ ਰੱਖ ਕੇ ਆਪਾਂ ਰਗੜਦੇ ਜਾਵਾਂਗੇ ਤਾਂ ਕਿਤੇ ਨਾ ਕਿਤੇ ਤਾਂ ਉਹ ਬਰਤਨ ਦੀ ਚਮਕ ਸਾਹਮਣੇ ਆਊਗੀ। ਫਿਰ ਮਨ ਨੂੰ ਤਸੱਲੀ ਹੁੰਦੀ ਹੈ ਕਿ ਇਹ ਗੰਦਗੀ ਕੋਈ ਹੋਰ ਚੀਜ਼ ਹੈ ਤੇ ਉਹ ਜਿਹੜਾ ਬਰਤਨ ਅਸੀਂ ਖਰੀਦਿਆ ਸੀ ਉਹ ਕੋਈ ਹੋਰ ਚੀਜ਼ ਹੈ। ਇਸ ਕਰਕੇ ਆਪ ਕਹਿੰਦੇ ਹਨ, ਬਿਨ ਗੁਰ ਸ਼ਬਦੇ ਮਨ ਨਹੀਂ ਠੌਰਾ, ਕਿ ਉਸ ਸ਼ਬਦ ਤੋਂ ਬਗੈਰ ਨਾ ਤਾਂ ਅਸਲ ਦੀ ਪਹਿਚਾਨ ਆਊਗੀ ਔਰ ਨਾ ਹੀ ਇਸ ਮੈਲ ਨੂੰ ਅਸੀਂ ਸਾਫ਼ ਕਰ ਪਾਵਾਂਗੇ।
ਇਸ ਕਰਕੇ ਆਪਨੇ ਕਿਹਾ ਸੀ, ਸ਼ਬਦ ਕਰਮ ਕੀ ਰੇਖ ਕਟਾਵੇ, ਸ਼ਬਦ ਸ਼ਬਦ ਸੇ ਜਾਏ ਮਿਲਾਏ। ਇਹ ਮਨ ਦੀ ਮੈਲ ਸਾਫ਼ ਕਰਨ ਦੀ ਤਾਕਤ ਸਿਰਫ ਉਸ ਸ਼ਬਦ ਵਿੱਚ ਹੈ। ਇਨਸਾਨ ਕਦੇ ਸਰੋਵਰਾਂ ਵਿੱਚ ਜਾ ਕੇ ਡੁਬਕੀਆਂ ਮਾਰਦਾ ਹੈ, ਕਦੇ ਤੀਰਥਾਂ ਤੇ ਜਾ ਕੇ ਮੱਥੇ ਟੇਕਦਾ ਹੈ। ਇਸ ਕਰਕੇ ਬੜਾ ਸਿਸਟਮੈਟਿਕਲੀ ਚੱਲਦੇ ਹੋਏ ਸਵਾਮੀ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। रूप तुम्हारा अगम अपारा। ਦੋਸਤੋ, ਬਾਬਾ ਜੀ ਨੇ ਬੁੱਲੇ ਸ਼ਾਹ ਦੀ ਸਾਖੀ ਵੀ ਸੁਣਾਈ, ਜਿਸ ਨੂੰ ਸੁਣ ਕੇ ਕਾਫੀ ਸੰਗਤ ਜੋਸ਼ ਨਾਲ ਭਰ ਗਈ। ਬਾਬਾ ਜੀ ਨੇ ਫਰਮਾਇਆ ਕਿ ਜਦੋਂ ਸੰਤ ਮਹਾਤਮਾ ਸਾਡੇ ਦਰਮਿਆਨ ਆਉਂਦੇ ਹਨ, ਇੱਕ ਉਦਾਹਰਨ ਬਣ ਕੇ ਆਉਂਦੇ ਹਨ। ਉਹਨਾਂ ਦਾ ਮਕਸਦ ਹੈ ਕਿ ਉਹਨਾਂ ਦਾ ਉਦਾਹਰਨ ਸਾਡੇ ਸਾਹਮਣੇ ਰੱਖਿਆ ਜਾਵੇ। ਹੁਣ ਸਾਈਂ ਬੁੱਲੇ ਸ਼ਾਹ ਬੜੇ ਆਜ਼ਲ ਫਾਜ਼ਲ ਸਨ। ਸੈਯਦਾਂ ਨਾਲ ਉਹਨਾਂ ਦਾ ਤਾਲੁਕ ਸੀ। ਮੁਸਲਮਾਨਾਂ ਵਿੱਚ ਸੈਯਦ ਬੜੇ ਉੱਚੇ ਮੰਨੇ ਜਾਂਦੇ ਹਨ। ਮਗਰ ਜਦੋਂ ਅੰਦਰੋਂ ਉਹ ਵਿਰਹ ਉੱਠੀ, ਖੋਜ ਕਰਨੀ ਸ਼ੁਰੂ ਕੀਤੀ ਕਿ ਪਰਮਾਰਥ ਦੇ ਬਾਰੇ ਮੈਨੂੰ ਅਸਲ ਪਹਿਚਾਨ ਚਾਹੀਦੀ ਹੈ, ਸਿਰਫ ਬਾਹਰਲੇ ਸਾਧਨ ਕਾਫੀ ਨਹੀਂ ਹਨ, ਤਾਂ ਆਪ ਸ਼ਾਹ ਅਨਾਇਤ ਕੋਲੇ ਹਾਜ਼ਰ ਹੋ ਗਏ। ਹੁਣ ਸ਼ਾਹ ਅਨਾਇਤ ਇੱਕ ਰਾਈ ਸੀ। ਰਾਈਆਂ ਨੂੰ ਨਿਚਲੀ ਜਾਤ ਮੰਨਿਆ ਜਾਂਦਾ ਹੈ। ਤਾਂ ਉਹਨਾਂ ਦੇ ਮਨ ਵਿੱਚ ਆਇਆ, ਮੈਂ ਸੈਯਦ, ਉਹ ਰਾਈ, ਉਹ ਮੈਨੂੰ ਕੀ ਸਮਝਾਊਗਾ। ਮਗਰ ਜਦੋਂ ਵਿਰਹ ਜ਼ਿਆਦਾ ਉੱਠੀ, ਆਪ ਉਹਨਾਂ ਕੋਲੇ ਹਾਜ਼ਰ ਹੋਏ ਔਰ ਆਪ ਨੇ ਪਰਮਾਰਥ ਬਾਰੇ ਸੋਚਿਆ, ਰੱਬ ਨੂੰ ਮਿਲਣ ਬਾਰੇ ਸੋਚਿਆ, ਤਾਂ ਆਪ ਕੋਈ ਲੰਬੀ ਚੌੜੀ ਇਤਿਹਾਸ ਖੋਲ ਕੇ ਨਹੀਂ ਬੈਠ ਗਏ। ਬੜੇ ਥੋੜੇ ਲਫ਼ਜ਼ਾਂ ਵਿੱਚ ਆਪ ਨੇ ਕਿਹਾ, ਉਸ ਵਕਤ ਆਪ ਪਨੀਰੀ ਲਗਾ ਰਹੇ ਸਨ ਕਿ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਹੁਣ ਦੇਖੋ ਕਿੰਨੇ ਆਸਾਨ ਲਫ਼ਜ਼ਾਂ ਦੇ ਨਾਲ ਕਿ ਦੁਨੀਆ ਵਿੱਚੋਂ ਕੱਢ ਕੇ ਮਾਲਿਕ ਦੀ ਭਗਤੀ ਦੇ ਨਾਲ ਜੋੜਨਾ ਹੈ। ਹੁਣ ਆਪ ਉਹਨਾਂ ਦੇ ਨਾਲ ਜੁੜ ਗਏ। ਦੂਜੇ ਜਿਹੜੇ ਸੇਖੀ ਸੀ, ਉਹਨਾਂ ਦੀ ਬੜੀ ਵਡਿਆਈ ਹੋ ਗਈ ਕਿ ਦੇਖੋ ਜੀ, ਸੈਯਦ ਹੋ ਕੇ ਕਿੰਨੀ ਮਨ ਵਿੱਚ ਨਿਮਰਤਾ ਹੈ। ਇੱਕ ਕੋਈ ਵਿਆਹ ਸ਼ਾਦੀ ਸੀ ਉਹਨਾਂ ਦੇ ਘਰ ਵਿੱਚ, ਆਪ ਨੇ ਸ਼ਾਹ ਨਾਇਤ ਨੂੰ ਨਿਯੋਤਾ ਦਿੱਤਾ। ਸ਼ਾਹ ਜੀ ਨੇ ਕਿਹਾ ਕਿ ਭਾਈ ਮੈਂ ਤਾਂ ਆ ਨਹੀਂ ਸਕਦਾ, ਇੱਕ ਹੋਰ ਗਰੀਬ ਸ਼ਿਸ਼ ਨੂੰ ਨਾਲ ਭੇਜਤਾ। ਹੁਣ ਉਹਦੇ ਵਿਚਾਰੇ ਦੇ ਕੱਪੜੇ ਲੱਥੇ ਵੀ ਉਹੋ ਜਿਹੇ ਸੀ। ਇਹਨਾਂ ਨੂੰ ਥੋੜ੍ਹੀ ਜਿਹੀ ਸ਼ਰਮ ਮਹਿਸੂਸ ਹੋਈ, ਇਹਨਾਂ ਨੂੰ ਇੱਕ ਪਾਸੇ ਬਿਠਾਤਾ। ਜਦੋਂ ਉਹ ਵਾਪਸ ਆਇਆ, ਸ਼ਾਹ ਜੀ ਨੇ ਸਾਰਾ ਕੁਝ ਪੁੱਛਿਆ, ਉਹਨਾਂ ਨੇ ਸਾਰੀ ਆਪਣੀ ਗੱਲ ਦੱਸੀ, ਤਾਂ ਉਹਨਾਂ ਨੇ ਮੂੰਹ ਮੋੜ ਲਿਆ। ਹੁਣ ਦੇਖੋ, ਇੱਕ ਸ਼ਿਸ਼ ਵਾਸਤੇ ਗੁਰੂ ਮੂੰਹ ਮੋੜ ਲਵੇ, ਔਰ ਜਿਹਨੂੰ ਚੰਗੀ ਤਰ੍ਹਾਂ ਪਰਮਾਰਥ ਦਾ ਅਹਿਸਾਸ ਹੈ, ਆਪਾਂ ਉਹਦਾ ਹਾਲ ਨਹੀਂ ਦੇਖ ਸਕਦੇ, ਪਹਿਚਾਨ ਨਹੀਂ ਸਕਦੇ। ਉਹ ਤੜਪ ਗਏ ਦਰਸ਼ਨਾਂ ਵਾਸਤੇ। ਔਰ ਇੱਥੋਂ ਤਿੱਕਰ ਇੱਕ ਦਿਨ ਕੰਜਰੀ ਦਾ ਵੇਸ਼ ਧਾਰ ਕੇ ਕਿ ਮੇਰਾ ਸਾਈਂ ਮੇਰੇ ਤੇ ਨਜ਼ਰ ਹੀ ਪਾ ਦੇਵੇ, ਭਾਵੇਂ 2 ਮਿੰਟ ਹੀ ਟਪਾ ਦੇਵੇ, ਤਾਂ ਉਹਨਾਂ ਦੇ ਸਾਹਮਣੇ ਜਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਸੋ ਕਹਿਣ ਦਾ ਮਤਲਬ, ਇਹ ਜਿਹੜੀਆਂ ਚੀਜ਼ਾਂ ਹਨ, ਇਹਦੇ ਵਿੱਚ ਕੋਈ ਲਫ਼ਜ਼ਾਂ ਦਾ ਮੁਕਾਮ ਨਹੀਂ ਹੈ, ਇਹਦੇ ਵਿੱਚ ਪਿਆਰ ਦੀ ਗੱਲ ਹੈ। ਔਰ ਜਦੋਂ ਪਿਆਰ ਸਾਹਮਣੇ ਆਇਆ, ਬੜਾ ਲੋਕਾਂ ਨੇ ਸਮਝਾਇਆ। ਬੁੱਲੇ ਨੂੰ ਸਮਝਾਵਣ ਆਈਆਂ ਉਹਦੇ ਸਾਰੇ ਰਿਸ਼ਤੇਦਾਰ, ਸਾਰਿਆਂ ਨੇ, ਤੂੰ ਕਿਹੜੇ ਪਰਿਵਾਰ ਵਿੱਚੋਂ ਹੈ, ਤੂੰ ਕਿਹੜੀਆਂ ਚੀਜ਼ਾਂ ਵਿੱਚ ਫਸ ਗਿਆ। ਮਗਰ ਉਸ ਵਿਰਹ ਵਿੱਚ ਉਹ ਸਾਰਾ ਕੁਝ ਹੀ ਭੁੱਲ ਗਿਆ। ਉਹਨੂੰ ਸਿਰਫ ਆਪਣੇ ਮੁਰਸ਼ਿਦ ਦਾ ਦੀਦਾਰ ਚਾਹੀਦਾ ਸੀ। ਸੋ ਇਸ ਕਰਕੇ ਕਹਿੰਦੇ ਹਨ, ਬੁੱਲੇ ਨੇ ਨੱਚ ਕੇ ਯਾਰ ਮਨਾਇਆ। ਹੁਣ ਆਪਾਂ ਵੀ ਇੰਨੇ ਸ਼ਬਦ ਸੁਣਦੇ ਹਾਂ ਉਹਨਾਂ ਦੇ ਬਾਰੇ। ਸੋ ਉਹ ਜਿਹੜਾ ਪਿਆਰ ਹੈ, ਉਹ ਜਿਹੜੀ ਵਿਰਹ ਹੈ, ਮਨ ਬਹੁਤ ਤਾਕਤਵਰ ਹੈ। ਇਹਨੂੰ ਜਦੋਂ ਤੱਕ ਕੋਈ ਕਮੀ ਮਹਿਸੂਸ ਨਾ ਹੋਵੇ, ਇਹ ਕਦੇ ਵੀ ਕੁਰਬਾਨੀ ਨਹੀਂ ਦਿੰਦਾ। ਇਸ ਕਰਕੇ ਜਦੋਂ ਆਪਾਂ ਉਸ ਰਸਤੇ ਉੱਤੇ ਚੱਲਾਂਗੇ, ਸਾਨੂੰ ਅੰਦਰੋਂ ਉਸ ਚੀਜ਼ ਦੀ ਕਮੀ ਮਹਿਸੂਸ ਹੋਊਗੀ, ਤਾਂ ਇਹ ਮਨ ਤੜਪਦਾ ਹੈ, ਤਾਂ ਉਸ ਚੀਜ਼ ਨੂੰ ਚਾਹੁੰਦਾ ਹੈ, ਔਰ ਤਾਂ ਇਹ ਵਿਰਹ ਉੱਠਦੀ ਹੈ, ਔਰ ਤਾਂ ਇਹ ਮਨ ਸਾਰੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਹੋ ਜਾਂਦਾ ਹੈ। ਫਿਰ ਕੋਈ ਲਾਜ ਨਹੀਂ ਰਹੀ, ਕੋਈ ਆਪਣੀ ਪਹਿਚਾਨ ਨਹੀਂ ਰਹੀ। ਫਿਰ ਤਾਂ ਇੱਕੋ ਚੀਜ਼ ਹੀ ਰਹੀ ਕਿ ਆਪਣੇ ਮੁਰਸ਼ਿਦ ਦਾ ਦੀਦਾਰ। दीन दयाल जीव हितकारी, राधा स्वामी काज बनाओ। इंसान सभी चीज़ों को अपना मानता है। अगर इससे कोई दूर है तो वो मालिक दूर है, और दूरी कोई मालिक ने नहीं बनाई, दूरी हमारी बनाई हुई है। मालिक तो अंग संग है, मोह मोहया जाने दूर है, सतगुर सदा हजूर है। इस मोह और माया के जाल में फंसकर, क्योंकि मालिक हमें दिखाई नहीं देता, इसलिए हम सोचते हैं कि हमारी मालिक से दूरी हो गई है, हमें मेहनत करनी पड़ेगी, हमें वहाँ जाना पड़ेगा। हमने कहीं नहीं जाना, क्योंकि मालिक हमारे अंदर है। किसी भी संत महात्मा को ले लो, किसी भी ग्रंथ पोथी को ले लो, हर एक ने इशारा अंदर की तरफ किया है।
वेदों शास्त्रों ने इस देही को नर नारायणी देही कह के बयान किया है कि वो देही जिसमें नारायण खुद वास करता है। गुरु साहिबान ने फरमाया था, हरि मंदिर एह शरीर है, ज्ञान रतन प्रगट होए। हरि का सच्चा मंदिर, उसका सच्चा द्वारा कहीं बाहर नहीं है, वो हमारे अंदर है। और जब हम अंतर्मुख होंगे तब हमारे अंदर वो जागृता आएगी, तब हमें वो सच्चा ज्ञान हासिल होगा जिसके साथ हम उसकी पहचान कर सकें और हम उसकी सच्ची भक्ति में लग सकें। ईसाई धर्म में भी क्राइस्ट ने फरमाया था, ये आर द टेम्पल ऑफ लिविंग गॉड, कि आप खुद उस परमात्मा के जीते जागते मंदिर हो। मगर क्या इंसान अंदर से उसकी तलाश करता है कि बाहर मुखी हुआ बैठा है? जो चीज़ बाहर है नहीं तो वो हमें मिलेगी कहाँ से? इसलिए आपने समझाया, सब कुछ घर में बाहर नाही, बाहर ढूंढे सो भरम भुलाई। सब कुछ घर में, सब कुछ आपके अंदर है, वस्तु कहीं ढूंढे कहीं। अगर आपके घर में कोई चीज़ खोई हो और तो जब तक उसको घर में नहीं तलाश करोगे तो आपको कैसे हासिल होगी, कैसे मिलेगी? इंसान तो इतना बाहर मुखी हुआ बैठा है, बाहर के साधन अपनाए हुए हैं, बाहर के तौर तरीके अपनाए हुए हैं, मगर उनके साथ मन को झूठी तसल्ली मिल जाती है, मालिक की प्राप्ति नहीं होती, मुक्ति नहीं मिलती। इसलिए जरूरी है कि मन की झूठी तसल्ली को छोड़ के इस मन को काबू करके हम इसको सच के रास्ते पे लेके आएं, उस सच की कमाई में इसको लगाएं। अब जब इंसान उस रूहानियत के रास्ते के ऊपर चलने की कोशिश करता है, सबसे बड़ी मुश्किलात इसको कहाँ से मिलती है? उस मन से मिलती है, क्योंकि मन आदत से मजबूर है। जैसी हमने मन को आदतें डाली हुई हैं, मन वैसे ही चलता है। इस वक्त जो मन का रुख है वो नीचे की तरफ है, बाहर की तरफ है। ये हमारे ध्यान को हर वक्त नीचे की तरफ खींच रहा है और बाहर की तरफ ले जाने की कोशिश कर रहा है। जब हम परमार्थ में आते हैं तो संत जन हमें समझाते हैं कि भाई ये ख्याल जो बाहर की तरफ फैला हुआ है इसको हमने एकाग्र करना है और ऊपर की तरफ लेके जाना है और यहाँ आंखों के पीछे टिकाना है। जब हम साधु संतों को देखते हैं कि आपने यहाँ तिलक लगाया हुआ है तो हमने क्या कभी विचार किया है कि इसका मकसद क्या है? सिर्फ तिलक लगाने से, भगवे कपड़े पहनने से कोई साधु संत नहीं बन जाता। मत है कि हमारा ख्याल यहाँ रहना चाहिए। बहनें जो बिंदी लगाती हैं यहाँ पे, हमें मालूम है कि उसका मकसद क्या है। आजकल तो फैशन के लिए लगाती हैं, पहले जमाने में ये सुहाग की निशानी थी, सिर्फ सुहागन बिंदी लगाती थी। और अगर ये आत्मा रूपी उस परमात्मा रूपी कदमों में चली जाए, वो परमात्मा जो आवागमन के चक्कर से ऊपर है, जो इस 84 के चक्कर से कहीं ऊपर निकल गया है, तो तब इसका सुहाग कभी नहीं उजड़ सकता। पहले जमानों में अगर औरत विधवा बन जाती थी तो उसे बड़े दुख सहने पड़ते थे, मोहताज हो जाती थी सारों के ऊपर। तो इसलिए आपने हमें समझाया कि जब हम ऐसे, ये आत्मा रूपी स्त्री उस पति रूपी परमेश्वर के कदमों में जाएगी जो जन्म और मरण के कहीं ऊपर है, इसका सुहाग कभी नहीं उजड़ेगा, इसको किसी के भी आगे मोहताज नहीं होना पड़ेगा। फिर सच्चे ते सदा सुहागन। मगर ये अवस्था कैसे बनेगी? जब हम इस मन को काबू करेंगे। देखो, आप किसी गाड़ी में बैठे हों, गाड़ी का जो स्टीयरिंग व्हील है वो किसी और के हाथ में हो, आप जितना मर्जी चाहो आप तो सिर्फ फरियाद कर सकते हो, ये तो उसकी मर्जी है वो किधर गाड़ी को मोड़ के ले जाता है। वो जब तक स्टीयरिंग व्हील हमारे हाथ में ना हो तो हम चाहते हुए भी, जानते हुए भी देखो अपने आप को कितना मजबूर पाते हैं। तो क्या ये हमारा मन हमारे काबू में है? मन की क्या अवस्था है? ए मन मैला अंधा है किस आँख सुनावा। ऐसे इस कर्म कांड में फंस गया है कि अपनी असलियत को भूल के बैठ गया है। और ये मैल सिर्फ कोई अब की नहीं है, जन्म जन्म की इस मन को मल लागी, काला होया स्या। पता नहीं कितने जन्मों के ये कर्म इकट्ठे किए हुए हैं। अगर वो प्रकाश हमें दिखाई नहीं देता, वो सिर्फ इसलिए कि हम यहाँ इस कर्म कांड में आकर फंस गए हैं और ये इतने कर्म इकट्ठे कर लिए हैं कि असल की पहचान ही नहीं रही। तो संत महात्मा, उनका आने का मकसद कोई हमसे माथे टिकाने का नहीं है, हमारे से सिर झुकाने का नहीं है। उनका मकसद है सिर्फ समझाने का कि भाई आपकी असलियत क्या है। आप तो उस मालिक के घर से आए हो। इंसान उस वक़्त तक ही
हाथ आगे फैलाता है जब तक उसको अपने असल की पहचान ना हो। राजे का बेटा होकर अगर गली में भीख मांगता फिरता है क्योंकि उसको एहसास नहीं है कि उसका पिता कौन है, और जिस दिन उस चीज़ का एहसास होता है फिर वो भीख नहीं मांगता, अपना हक मांगता है। और वैसे ही रूहानियत के साथ हमें अपने अंदर वो जागरूकता लानी है कि हमारी असलियत क्या है। जब से इंसान आया है यही प्रश्न में उलझा हुआ है कि मैं कौन हूँ, मेरी असलियत क्या है। अंग्रेजी फिलोसफर्स ने कह दिया, आई थिंक देयरफॉर आई एम। क्योंकि मेरी सोच है, उस सोच के साथ कदम उठाता हूँ, इसीलिए मेरा वजूद बना हुआ है। सोच कहाँ से आती है? मन से आती है। तो क्या हमारा दायरा वो मन तक ही सीमित रह गया? इसलिए हमें पहले तो ये पहचान करनी है कि हमारी असलियत क्या है। इस वक्त तो हम इस शरीर को असलियत समझे हुए बैठे हैं, क्योंकि इंसान जो कुछ भी करता है सिर्फ इस शरीर को संवारने के लिए करता है। असल को भूल गया। शरीर यहीं का यहीं धरा रह जाएगा। तो असल क्या है? असल हमारी आत्मा है। लगाओ मेरी नैया सतगुरु पार, मैं बही जाते जगधार।